Good morning, students. Today we discuss about next unit second, chapter third, sole proprietorship. Introduction: sole property or sole traded or organization, also called individual proprietorship. ਸੋਲ ਪ੍ਰੋਪਰਟੀਸ਼ਿਪ ਕੀ ਆ ਜਾਂ ਇੱਕ ਆਰਗੇਨਾਈਜੇਸ਼ਨ ਕੀ ਆ ਜਿਹਦੇ ਵਿੱਚ ਇੱਕ ਪਰਸਨ ਆ ਉਹ ਆਪਣਾ ਜਿਹੜਾ ਕੰਮ ਆ ਉਹਦਾ ਇੱਕ ਇੱਕ ਕੰਮ ਦਾ ਇੱਕ ਪਰਸਨ ਹੀ ਜਿਹੜਾ ਮਾਲਿਕ ਅਧਿਕਾਰ ਹੋਵੇ ਉਹਨੂੰ ਕਹਿੰਦੇ ਆ ਸੋਲ ਪ੍ਰੋਪਰਟੀਸ਼ਿਪ। ਸਿੰਗਲ ਐਂਟਰਪ੍ਰੇਨਿਓਰ ਹੁੰਦਾ ਆ, ਉਹਦੇ ਵਿੱਚ ਇੱਕ ਹੀ ਆਰਗੇਨਾਈਜੇਸ਼ਨ ਹੁੰਦਾ ਆ, ਉਹ ਓਲਡ ਫਾਰਮ ਹੁੰਦੀ ਆ ਇੱਕ ਸੰਗਠਨ ਦੀ। ਇਹ ਕੀ ਆ, ਸੰਵਿਧਾਨ ਦਾ ਪੁਰਾਣਾ ਹੀ ਕਹਿੰਦੇ ਰਿਵਾਜ ਆ। ਜੇ ਇਹਨੂੰ ਆਪਾਂ ਹਿਸਟੋਰੀਕਲੀ ਇਤਿਹਾਸ ਦੇ ਤੌਰ 'ਤੇ ਦੇਖੀਏ, ਆਪਾਂ ਇਹਦੇ ਵਿੱਚ ਫਸਟਲੀ ਆਪਾਂ ਬਿਜ਼ਨਸ ਨੂੰ ਜਦੋਂ ਸਟਾਰਟ ਕਰਦੇ ਹਾਂ, ਇਹ ਆਪਾਂ ਇੱਕ ਸੰਗਠਨ ਦੇ ਥਰੂ ਹੀ ਇਹਨੂੰ ਸਟਾਰਟ ਕੀਤਾ ਜਾਂਦਾ ਆ। ਇਹ ਹਰ ਇੱਕ ਸੰਸਾਰ ਦੀ ਹਰ ਇੱਕ ਕੰਟਰੀ ਦੇ ਵਿੱਚ ਦੇਖਣ ਨੂੰ ਮਿਲਦਾ ਆ। ਸੋਲ ਪ੍ਰੋਪਰਟੀ ਮੇਕ ਹਿਜ਼ ਓਨ ਇਨਵੈਸਟਮੈਂਟ ਐਂਡ ਬੀਅਰਸ ਆਲ ਦਾ ਰਿਸਕ। ਸੋਲ ਪ੍ਰੋਪਰਟੀ ਕੀ ਹੁੰਦਾ ਆ, ਉਹ ਆਪਣੇ ਆਪ ਹੀ ਕਹਿੰਦਾ ਨਿਵੇਸ਼ ਕਰਦਾ ਆ ਅਤੇ ਉਹ ਜਿਹੜਾ ਵੀ ਜੋਖਿਮ ਹੁੰਦਾ ਆ ਉਹ ਆਪਣੇ ਆਪ ਹੀ ਉਹਨੂੰ ਸਹਿਣ ਕਰਦਾ ਆ। ਕਿਸੇ ਹੋਰ ਪਰਸਨ 'ਤੇ ਆਪਾਂ ਉਹ ਜੋਖਿਮ ਨੂੰ ਨਾ ਹੀ ਪਾ ਸਕਦੇ ਹਾਂ ਅਤੇ ਨਾ ਹੀ ਕਿਸੇ ਹੋਰ ਪਰਸਨ ਦੇ ਥਰੂ ਆਪਾਂ ਇਨਵੈਸਟਮੈਂਟ ਕਰ ਸਕਦੇ ਹਾਂ। ਸੋਲ ਪ੍ਰੋਪਰਟੀ ਕੀ ਆ, ਇੱਕ ਸੋਲ ਔਰਗੇਨਾਈਜ਼ ਆ, ਕਹਿੰਦੇ ਇੱਕ ਅਧਿਕਾਰੀ ਆ, ਮੀਨਸ ਮਾਲਿਕ ਉਹ ਪਰਸਨ ਆਪ ਹੀ ਹੋਏਗਾ। ਜਿਹੜੀਆਂ ਟਰਮਸ ਐਂਡ ਕੰਡੀਸ਼ਨ ਆ ਉਹ ਪਰਸਨ ਦੇ ਥਰੂ ਖੁਦ ਹੀ ਦੇਖੀਆਂ ਜਾਣਗੀਆਂ। ਕੋਈ ਵੀ ਐਕਟੀਵਿਟੀ ਕਰਨੀ ਆ ਆਪਾਂ ਉਹ ਵੀ ਉਹਦੇ ਦੁਆਰਾ ਹੀ ਦੇਖੀ ਜਾਏਗੀ, ਚਾਹੇ ਉਹ ਫਾਈਨਾਂਸ ਮੈਨੇਜਰ ਹੋਵੇ, ਪ੍ਰੋਡਕਸ਼ਨ ਮੈਨੇਜਰ ਹੋਵੇ, ਮਾਰਕੀਟਿੰਗ ਮੈਨੇਜਰ ਹੋਵੇ, ਅਕਾਊਂਟਸ ਮੈਨੇਜਰ ਹੋਵੇ, ਉਹ ਸਾਰੇ ਬਿਜ਼ਨਸ ਉਹਦੇ ਦੁਆਰਾ ਹੀ ਦੇਖੇ ਜਾਣਗੇ। ਜਿਹੜੇ ਵੀ ਡਿਸੀਜ਼ਨ ਲਏ ਜਾਣਗੇ ਉਹ ਪਰਸਨ ਦੇ ਦੁਆਰਾ ਹੀ ਲਏ ਜਾਣਗੇ। ਇਹਨੂੰ ਆਪਾਂ ਕੀ ਕਹਿੰਦੇ ਆ, ਮੈਂਬਰ ਆਫ ਆ ਸੌਟ ਫੈਮਿਲੀ ਬਿਜ਼ਨਸ। ਇਹਦੀ ਜਿਹੜੀ ਸਾਰੀ ਕੰਮ ਕਿਹੜਾ ਹੁੰਦਾ ਉਹ ਪਰਸਨ ਦੇ ਹੱਥਾਂ ਦੇ ਵਿੱਚ ਹੀ ਹੁੰਦਾ ਆ। ਇਹ ਉਹ ਪਰਸਨ ਕੀ ਆ, ਆਪਣੇ ਸਰਵੈਂਟ ਰੱਖ ਤਾਂ ਸਕਦਾ ਆ ਪਰ ਡਿਸੀਜ਼ਨ ਉਹਨਾਂ ਦੇ ਥਰੂ ਨਹੀਂ ਲੈ ਸਕਦਾ। ਜਿਹੜੇ ਵੀ ਡਿਸੀਜ਼ਨਸ ਐਂਡ ਰਿਸਕ ਲੈਣੇ ਆ ਉਹ ਓਨਰ ਦੇ ਖੁਦ ਦੇ ਹੀ ਹੋਣਗੇ। ਬਿਜ਼ਨਸ ਕਹਿੰਦੇ ਸਿੰਗਲ ਪਰਸਨ ਸਿੰਗਲ ਓਨਰਸ਼ਿਪ ਦੇ ਦੁਆਰਾ ਹੀ ਕੀਤਾ ਜਾਏਗਾ। ਇਹਦੇ ਵਿੱਚ ਜਿਹੜੀਆਂ ਵੀ ਆਪਣੇ ਸਕਸੈਸ ਹੋਣਗੇ ਜਾਂ ਫੇਲੀਅਰ ਹੋਣਗੇ, ਇੰਟੈਲੀਜੈਂਸੀ ਆ, ਕੰਪੈਂਸ ਆ, ਡਿਸੀਜ਼ਨ ਆ, ਉਹ ਪ੍ਰੋਪਰਟੀ ਦੇ ਦੁਆਰਾ ਹੀ ਦੇਖੇ ਜਾਣਗੇ। ਮੀਨਸ ਉਹ ਜਿਹੜਾ ਇੱਕ ਮਾਲਿਕ ਆ ਉਹਦੇ ਦੁਆਰਾ ਹੀ ਦੇਖੇ ਜਾਣਗੇ। ਜਿਹੜੇ ਉਹਨੂੰ ਡਿਸੀਜ਼ਨਸ ਲੈਣੇ ਆ, ਜਿਹੜੀ ਨੌਲੇਜ ਆ ਉਹਦੀ ਖੁਦ ਦੀ ਹੋਏਗੀ। ਇੱਕ ਸੋਲ ਪ੍ਰੋਪਰਟੀਸ਼ਿਪ ਜਿਹੜਾ ਆ ਸਟਾਰਟ ਕਰਦਾ, ਕਹਿੰਦਾ ਕਿਸੇ ਵੀ ਲੀਗਲੀ ਰੁਕਾਵਟਾਂ ਤੋਂ ਬਗੈਰ ਆਪਣਾ ਜਿਹੜਾ ਕੰਮ ਸਟਾਰਟ ਕਰ ਸਕਦਾ ਆ। ਇਹਦੇ ਵਿੱਚ ਉਹਦੀ ਇਹੀ ਇੱਛਾ ਆ ਜਦੋਂ ਮਰਜ਼ੀ ਆਪਣਾ ਕੰਮ ਸਟਾਰਟ ਕਰ ਲੈ, ਜਿਹੜੇ ਮਰਜ਼ੀ ਟਾਈਮ ਦੇ ਵਿੱਚ ਕੰਮ ਸਟਾਰਟ ਕਰ ਲੈ ਆਪਣਾ। ਇਹਦੇ ਵਿੱਚ ਪ੍ਰੀ ਕੰਡੀਸ਼ਨਸ ਆ ਜਿਹੜੀਆਂ ਹੈਗੀਆਂ, ਬਿਜ਼ਨਸ ਨੂੰ ਸੈਟਅਪ ਕਰਨ ਦੇ ਲਈ ਕੋਈ ਵੀ ਲਾਇਸੈਂਸ ਦੀ ਲੋੜ ਨਹੀਂ ਹੁੰਦੀ, ਨਾ ਹੀ ਆਪਾਂ ਨੂੰ ਕਿਸੇ ਤੋਂ ਅਥੋਰਿਟੀ ਲੈਣ ਦੀ ਲੋੜ ਪੈਂਦੀ ਆ। ਬਟ ਇਹਦੇ ਵਿੱਚ ਇੱਕ ਜਦੋਂ ਮਰਜ਼ੀ ਆਪਣੀਆਂ ਜਿਹੜੀਆਂ ਟ੍ਰਾਂਜੈਕਸ਼ਨਸ ਆ ਉਹ ਕਰ ਸਕਦਾ ਆ। ਅਗਰ ਲਾਇਸੈਂਸ ਲੈਣ ਦੀ ਪਰਮਿਸ਼ਨ ਦੀ ਲੋੜ ਪੈਂਦੀ ਆ ਤਾਂ ਕੰਪੈਂਟ ਅਥੋਰਿਟੀ ਤੋਂ ਹੀ ਲਈ ਜਾਏਗੀ। ਇਹਦੇ ਵਿੱਚ ਕੰਪੈਂਟ ਅਥੋਰਿਟੀ ਦੇ ਵਿੱਚ ਕੀ ਆ, ਕਹਿੰਦੇ ਉਹ ਪਰਸਨ ਆਪਣਾ ਜਿਹੜਾ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਆ ਉਹਦੀ ਜਿਹੜੀ ਏਜ ਆ ਉਹ 18 ਸਾਲ ਤੋਂ ਉੱਤੇ ਹੋਣਾ ਚਾਹੀਦਾ ਆ। ਇਹ ਨਹੀਂ ਉਹ 18 ਸਾਲ ਤੋਂ ਨੀਚੇ ਹੋਵੇ ਤਾਂ ਆਪਣਾ ਵਰਕ ਆ ਜਿਹੜਾ ਆਪਣਾ ਬਿਜ਼ਨਸ ਆ ਰਨ ਕਰ ਸਕਦਾ। ਬਿਜ਼ਨਸ ਨੂੰ ਰਨ ਕਰਨ ਦੇ ਲਈ ਜਿਹੜੀ ਆਪਣੀ ਏਜ ਆ ਉਹ ਗਵਰਨਮੈਂਟ ਦੇ ਦੁਆਰਾ ਲਾਇਸੈਂਸ ਲੈਣ ਦੇ ਲਈ 18 ਸਾਲ ਤੋਂ ਉੱਤੇ ਹੋਣੀ ਚਾਹੀਦੀ ਆ। ਫਾਰ ਐਗਜ਼ਾਮਪਲ ਆਪਾਂ ਦੇਖਦੇ ਹਾਂ ਵੀ ਇੱਕ ਸ਼ੌਪਕੀਪਰ ਆ, ਸ਼ੌਪਕੀਪਰ ਕੀ ਕਰਦਾ ਆ, ਆਪਣੀਆਂ ਜਿਹੜੀਆਂ ਡੇਲੀ ਦੀਆਂ ਰੂਟੀਨ ਵਾਈਜ਼ ਵਰਕ ਕਰਦਾ ਆ, ਉਹਦਾ ਜਿਹੜਾ ਚਾਹੇ ਉਹਨੂੰ ਲਾਸ ਹੁੰਦਾ ਚਾਹੇ ਉਹਨੂੰ ਪ੍ਰੋਫਿਟ ਹੁੰਦਾ ਆ ਉਹ ਉਸ ਪਰਸਨ ਨੂੰ ਹੋਏਗਾ। ਉਹਨੇ ਅੱਗੇ ਵਰਕਰਸ ਤਾਂ ਰੱਖੇ ਹੋਣੇ ਆ, ਤੁਸੀਂ ਆਪਣੀ ਨੀਅਰ ਅਬਾਊਟ ਦੁਕਾਨਾਂ ਦੇਖਦੇ ਹੋਵੋਗੇ ਉੱਥੇ ਛੋਟੇ ਮੋਟੇ ਵਰਕਰ ਤਾਂ ਹੁੰਦੇ ਆ, ਪਰ ਜਿਹੜਾ ਉਹਦਾ ਹੈਡ ਆ, ਮਾਲਿਕ ਆ, ਉਹੀ ਉਹ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਨੂੰ ਦੇਖਦਾ ਆ। ਜੇ ਉਹਨੂੰ ਪ੍ਰੋਫਿਟ ਹੁੰਦਾ ਤਾਂ ਉਸ ਪਰਸਨ ਨੂੰ ਹੋਏਗਾ, ਉਹ ਦੂਜੇ ਪਰਸਨਸ ਦੇ ਉੱਤੇ ਉਹ ਆਪਣਾ ਪ੍ਰੋਫਿਟ ਜਾਂ ਲਾਸ ਨਹੀਂ ਪਾਏਗਾ, ਉਹਨਾਂ ਦੀਆਂ ਜਿਹੜੀਆਂ ਆ ਸੈਲਰੀਜ਼ ਦੇ ਵਿੱਚੋਂ ਨਹੀਂ ਲਏਗਾ। ਡੈਫੀਨੇਸ਼ਨ ਆ ਅਕੋਰਡਿੰਗ ਟੂ L.H. Hane, the individual entrepreneurship is the form of business organization on the head of which stands an individual as the one who is responsible, who directs his operations, who alone run the risk of
ਫੇਲੀਅਰ। ਇੰਡੀਵਿਜੂਅਲ ਐਂਟਰਪ੍ਰੇਨਿਓਰਸ਼ਿਪ ਕੀ ਆ, ਕਹਿੰਦਾ ਬਿਜ਼ਨਸ ਆਰਗੇਨਾਈਜੇਸ਼ਨ ਦੀ ਇੱਕ ਇੱਦਾਂ ਦੀ ਫਾਰਮ ਆ ਜਿਹਦੇ ਵਿੱਚ ਇੱਕ ਹੀ ਪਰਸਨ ਜਿਹੜਾ ਹੈੱਡ ਹੁੰਦਾ ਆ, ਉਹ ਇਕੱਲਾ ਹੀ ਆਪਣੇ ਜਿਹੜੀਆਂ ਰਿਸਪੋਂਸੀਬਿਲਿਟੀਜ਼ ਨੂੰ ਸਾਂਭਦਾ ਆ, ਉਹਨਾਂ ਨੂੰ ਡਾਇਰੈਕਟ ਕਰਦਾ ਆ, ਉਹਨਾਂ ਨੂੰ ਜਿਹੜੇ ਆਪਣੇ ਕੰਮ ਨੂੰ ਆਪਰੇਟ ਕਰਦਾ ਆ, ਅਤੇ ਨਾਲ ਦੇ ਨਾਲ ਜਿਹੜਾ ਵੀ ਰਿਸਕ ਉਹਨੂੰ ਆਉਂਦਾ ਆ ਉਹ ਇਕੱਲਾ ਹੀ ਹੈਂਡਲ ਕਰਦਾ ਆ ਜੇ ਉਹਨੂੰ ਪ੍ਰੋਬਲਮ ਆਉਂਦੀ ਹੈ ਰਿਸਕ ਦੀ। ਇੱਕ ਡੈਫੀਨੇਸ਼ਨ HL Hansen ਦੇ ਅਕੋਰਡਿੰਗ ਆ, ਟਾਈਪ ਆਫ ਬਿਜ਼ਨਸ ਯੂਨਿਟ ਵੇਅਰ ਵਨ ਪਰਸਨ ਇਜ਼ solely responsible for providing the capital for bearing the risk of the enterprise and for the management of the business। ਦੇ ਬਿਜ਼ਨਸ ਕੀ ਆ, ਯੂਨਿਟ ਕੀ ਆ ਜਿਹਦੇ ਵਿੱਚ ਇੱਕ ਪਰਸਨ ਆ ਉਹ ਇਕੱਲਾ ਹੀ ਮਾਲਿਕ ਹੁੰਦਾ ਆ ਆਪਣੀਆਂ ਸਾਰੀਆਂ ਰਿਸਪੋਂਸੀਬਿਲਿਟੀਜ਼ ਦਾ, ਚਾਹੇ ਉਹ ਰਿਗਾਰਡਿੰਗ ਕੈਪੀਟਲ ਹੋਵੇ, ਚਾਹੇ ਉਹਨੂੰ ਰਿਸਕ ਦਾ ਸਾਹਮਣਾ ਕਰਨਾ ਪਵੇ, ਉਹ ਸਾਰੀਆਂ ਟਰਮਸ ਨੂੰ ਇਕੱਲੇ ਹੀ ਮੈਨੇਜ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੀਨਸ ਉਹੀ ਮੈਨੇਜ ਕਰੇਗਾ ਜਿਹੜਾ ਉਸ ਇੰਡਸਟਰੀ ਦਾ, ਜਾਂ ਤੁਸੀਂ ਕਹਿ ਸਕਦੇ ਹੋ ਛੋਟੇ ਮੋਟੇ ਕੰਮ ਦਾ ਜਿਹੜਾ ਮਾਲਿਕ ਹੋਵੇ। ਹੋਰ ਵੀ ਆਪਣੇ ਕੋਲ ਡੈਫੀਨੇਸ਼ਨ ਆ ਜਿਹੜੀਆਂ ਤੁਹਾਨੂੰ ਬੈਸਟ ਲੱਗੇਗੀ, ਤੁਸੀਂ ਉਹਦੇ ਅਕੋਰਡਿੰਗ ਕਰ ਸਕਦੇ ਹੋ। ਨੈਕਸਟ ਹੈ ਐਨਾਲਾਈਸਿਸ ਆਫ ਡੈਫੀਨੇਸ਼ਨ। ਹੁਣ ਇਹ ਸਾਰੀਆਂ ਡੈਫੀਨੇਸ਼ਨਸ ਤੋਂ ਉਹਨਾਂ ਨੇ ਐਨਾਲਾਈਜ਼ ਕੀਤਾ, ਆਪਣੇ ਕੋਲ 10 ਪੁਆਇੰਟਸ ਨਿਕਲ ਕੇ ਆਉਂਦੇ ਆ। ਫਸਟ ਵਨ ਆ, ਸੋਲ ਟ੍ਰੇਡਡ ਬਿਜ਼ਨਸ ਇਜ਼ ਓਨਡ ਬਾਈ ਵਨ ਪਰਸਨ। ਜਿਹੜਾ ਉਹਦਾ ਪਰਸਨ, ਇੱਕ ਹੀ ਪਰਸਨ ਆਪਣੇ ਬਿਜ਼ਨਸ ਦਾ ਕਹਿੰਦੇ ਮਾਲਿਕ ਹੋਏਗਾ। ਮੀਨਸ ਆਪਾਂ ਛੋਟਾ ਜਿਹਾ ਬਿਜ਼ਨਸ ਸਟਾਰਟ ਕਰ ਲੈਂਦੇ, ਕਹਿ ਦਿੰਦੇ ਆ ਇਟ ਇਜ਼ ਸੈਟ ਅਪ ਐਟ ਦ ਇਨੀਸ਼ੀਏਟਿਵ ਆਫ ਆ ਪਰਸਨ। ਉਹ ਜਿਹੜੀਆਂ ਇੱਕ ਪਰਸਨ ਦੀਆਂ ਜ਼ਰੂਰਤਾਂ ਦੇ ਅਕੋਰਡਿੰਗ ਹੀ ਜਿਹੜਾ ਉਹਨੂੰ ਸੈਟਅਪ ਕੀਤਾ ਜਾਏਗਾ। ਓਨਲੀ ਦਾ ਓਨਰ ਇਨਵੈਸਟ ਕੈਪੀਟਲ, ਜਿਹੜਾ ਉਸ ਪਰਸਨ ਬਿਜ਼ਨਸ ਦਾ ਮਾਲਿਕ ਹੋਏਗਾ ਉਹ ਹੀ ਅੱਗੇ ਆਪਣੀ ਜਿਹੜੀ ਕੈਪੀਟਲ ਨੂੰ ਨਿਵੇਸ਼ ਕਰ ਸਕਦਾ ਆ ਫਿਊਚਰ ਦੇ ਲਈ। ਆਲ ਡਿਸੀਜ਼ਨ ਮੇਕਿੰਗ ਲਾਈਜ਼ ਵਿਦ ਵਨ ਪਰਸਨ। ਜਿਹੜੇ ਵੀ ਡਿਸੀਜ਼ਨ ਲਏ ਜਾਣਗੇ ਉਹ ਕਿਹਦੇ, ਉਸੇ ਮਾਲਿਕ ਦੇ ਦੁਆਰਾ ਲਏ ਜਾਣਗੇ ਜਿਹੜੇ ਦੀ ਉਹ ਇੰਡਸਟਰੀ ਆ ਜਾਂ ਵਰਕ ਆ। all profit or loss from the business belong only to the owner। ਜਿਹੜਾ ਉਸ ਇੰਡਸਟਰੀ ਜਾਂ ਕੰਪਨੀ ਦਾ ਮਾਲਿਕ ਹੋਏਗਾ ਉਹਦੇ ਦੁਆਰਾ ਹੀ ਜਿਹੜੇ ਰਿਸਕ ਜਾਂ ਪ੍ਰੋਫਿਟ ਆ ਉਹਦੇ ਦੁਆਰਾ ਹੀ ਦੇਖੇ ਜਾਣਗੇ। ਰਿਸਕ ਐਂਡ ਰਿਸਪੋਂਸੀਬਿਲਿਟੀਜ਼ ਆ ਉਹ ਵੀ ਮਾਲਿਕ ਦੇ ਦੁਆਰਾ ਹੀ ਦੇਖੀਆਂ ਜਾਣਗੀਆਂ। ਜਿਹੜੀਆਂ ਕੰਟਰੋਲ ਕਰਨਾ ਆ ਆਪਣੇ ਬਿਜ਼ਨਸ ਨੂੰ, ਗਾਈਡਲਾਈਨਸ ਦੇਣੀਆਂ ਆ ਸੋਲ ਟ੍ਰੇਡਰ ਦੇ ਦੁਆਰਾ, ਉਹ ਵੀ ਉਸ ਪਰਸਨ ਦੇ ਦੁਆਰਾ ਹੀ ਦੇਖੀਆਂ ਜਾਣਗੀਆਂ। ਲਾਇਬਿਲਿਟੀਜ਼ ਆ ਜਿਹੜੀਆਂ ਸੋਲ ਟ੍ਰੇਡਰ ਦੇ ਵਿੱਚ ਅਨਲਿਮਿਟਡ ਹੁੰਦੀਆਂ ਆ। ਨੈਕਸਟ ਹੈ, ਇੱਕ ਜਿਹੜਾ ਪਰਸਨ ਆ ਕਦੋਂ ਵੀ ਕਹਿੰਦੇ ਆਪਣੇ ਵਰਕ ਦੇ ਵਿੱਚ ਆਪਣੇ ਜਿਹੜੇ ਹੋਰ ਵਰਕਰਸ ਆ ਉਹਨਾਂ ਨੂੰ ਐਡ ਅਪ ਕਰ ਸਕਦਾ ਆ, ਰਿਮੂਵ ਕਰ ਸਕਦਾ ਆ। ਉਹ ਜਿਹੜੀਆਂ ਵੀ ਸੈਲਰੀਜ਼ ਹੁੰਦੀਆਂ ਆ ਉਹ ਸਰਵਿਸਿਜ਼ ਆ ਉਹ ਉਹੀ ਪਰਸਨ ਯੂਜ਼ ਕਰੇਗਾ ਜਿਹੜਾ ਉਸ ਕੰਪਨੀ ਜਾਂ ਉਸ ਇੰਡਸਟਰੀ ਦਾ ਕੀ ਹੋਏਗਾ, ਮਾਲਿਕ ਹੋਏਗਾ। That's it. Thanks to all. Next topic ਆਪਾਂ next working day ਕਰਾਂਗੇ। Thanks.